ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਅਗਵਾ ਕਰਨ ਦੇ ਮਾਮਲੇ ਦੇ ਵਿੱਚ 7 ਜਾਣੇ ਚਾਰਜ। 10 ਅਪ੍ਰੈਲ ਨੂੰ ਮਾਮਲੇ ਨੂੰ ਦਿੱਤਾ ਸੀ ਅੰਜਾਮ। ਸੈਨ ਹੋਜ਼ੇ ਦੇ ਵਿੱਚ ਭਿਆਨਕ ਗੋਲੀਬਾਰੀ। ਇਸ ਗੋਲੀਬਾਰੀ ਦੇ ਵਿੱਚ 8 ਜਾਣਿਆਂ ਦੀ ਹੋਈ ਮੌਤ। ਵਾਹਨ ਹੋਇਆ ਹਾਦਸੇ ਦਾ ਸ਼ਿਕਾਰ। 3 ਵਿਦਿਆਰਥੀਆਂ ਦੀ ਹੋਈ ਮੌਤ। ਕੈਨੇਡਾ ਤੋਂ ਇਮੀਗ੍ਰੇਸ਼ਨ ਸੰਬੰਧੀ ਆਈ ਖੁਸ਼ਖਬਰੀ। 5 ਸੂਬਿਆਂ ਨੇ ਕੱਢੇ ਆਪਣੇ ਇਮੀਗ੍ਰੇਸ਼ਨ ਡਰਾ। ਡੈਲਟਾ ਦੇ ਵਿਦਿਆਰਥੀ ਨੂੰ ਲੱਗਾ ਵਜੀਫਾ। ਪੜ੍ਹਾਈ ਦੇ ਲਈ $1 ਲੱਖ ਦਾ ਲੱਗਾ ਵਜੀਫਾ। ਦੇਸ਼ ਕਰ ਰਹੇ ਸਰਹੱਦਾਂ ਖੋਲ੍ਹਣ ਦੀ ਤਿਆਰੀ। ਕਈ ਦੇਸ਼ ਯਾਤਰੀਆਂ ਨੂੰ ਦੇ ਸਕਦੇ ਹਨ ਇਜਾਜ਼ਤ। ਟੋਰਾਂਟੋ ਦੇ ਸ਼ਹਿਰ ਮਿਸੀਸਾਗਾ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ 7 ਜਾਣਿਆਂ ਨੂੰ ਚਾਰਜ ਕੀਤਾ ਗਿਆ। ਇਹਨਾਂ 7 ਜਾਣਿਆਂ ਨੂੰ ਅਗਵਾ ਕਰਨ ਜਾਣੀ ਕਿ ਕਿਡਨੈਪਿੰਗ ਦੇ ਮਾਮਲੇ ਦੇ ਵਿੱਚ ਚਾਰਜ ਕੀਤਾ ਗਿਆ ਹੈ। ਇਹ ਘਟਨਾ 10 ਅਪ੍ਰੈਲ ਦੀ ਹੈ ਜਿੱਥੇ ਇੱਕ ਵਿਅਕਤੀ ਨੂੰ ਇਹਨਾਂ ਵੱਲੋਂ ਕਿਡਨੈਪ ਕੀਤਾ ਗਿਆ ਸੀ। ਇਹ ਵਿਅਕਤੀ ਤਾਂ ਪੁਲਿਸ ਨੂੰ ਮਿਲ ਗਿਆ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਤੇ 7 ਜਾਣਿਆਂ ਨੂੰ ਚਾਰਜ ਕੀਤਾ ਗਿਆ। ਇਹ 7 ਜਾਣੇ ਕੌਣ ਹਨ ਇਸ ਖਬਰ ਦੇ ਵਿੱਚ ਦੇਵਾਂਗੇ ਜਾਣਕਾਰੀ। ਖਬਰ ਟੋਰਾਂਟੋ ਦੇ ਸ਼ਹਿਰ ਮਿਸੀਸਾਗਾ ਤੋਂ ਸਾਹਮਣੇ ਆਈ ਜਿੱਥੇ ਕਿਡਨੈਪਿੰਗ ਦੇ ਮਾਮਲੇ ਦੇ ਵਿੱਚ 7 ਜਾਣਿਆਂ ਨੂੰ ਚਾਰਜ ਕੀਤਾ ਗਿਆ। ਇਹ ਘਟਨਾ 10 ਅਪ੍ਰੈਲ ਦੀ ਹੈ ਜਿਸ ਦੇ ਵਿੱਚ ਹੁਣ 7 ਜਾਣਿਆਂ ਨੂੰ ਚਾਰਜ ਕੀਤਾ ਗਿਆ। 10 ਅਪ੍ਰੈਲ 2021 ਨੂੰ 4 ਵਜੇ ਦੇ ਕਰੀਬ ਪੁਲਿਸ ਨੂੰ ਇਹ ਜਾਣਕਾਰੀ ਮਿਲੀ ਕਿ ਮਿਸੀਸਾਗਾ ਦੇ ਵਿੱਚ ਇੱਕ ਵਿਅਕਤੀ ਨੂੰ ਕਿਡਨੈਪ ਕੀਤਾ ਗਿਆ ਹੈ। 14 ਘੰਟਿਆਂ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਉਹਨਾਂ ਨੂੰ ਵਿਕਟਮ ਦੇ ਬਾਰੇ ਵਿੱਚ ਪਤਾ ਚੱਲਿਆ। ਅਪ੍ਰੈਲ 11, 2021 ਨੂੰ ਪੀੜਤ ਏਅਰਪੋਰਟ ਰੋਡ ਅਤੇ ਮਾਰਨਿੰਗ ਸਟਾਰ ਡਰਾਈਵ ਦੇ ਵਿੱਚ ਪਾਇਆ ਗਿਆ। ਇਸ ਦੌਰਾਨ ਪੀੜਤ ਦੇ ਕੁਝ ਸੱਟਾਂ ਵੀ ਲੱਗੀਆਂ ਸਨ ਜਿਸ ਤੋਂ ਬਾਅਦ ਉਸ ਨੂੰ ਨੇੜੇ ਦੇ ਹਸਪਤਾਲ ਲੈ ਕੇ ਜਾਇਆ ਗਿਆ। ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਹੁਣ ਇਹਨਾਂ ਨੂੰ ਚਾਰਜਸ ਦਾ ਸਾਹਮਣਾ ਕਰਨਾ ਪਵੇਗਾ। ਇਹਨਾਂ ਵਿਅਕਤੀਆਂ ਦੇ ਉੱਪਰ ਕਿਡਨੈਪਿੰਗ, ਅਸੌਲਟ ਕਾਜ਼ ਬੋਡੀਲੀ ਹਾਰਮ, ਐਗਰਾਵੇਟਿਡ ਅਸੌਲਟ ਅਤੇ ਅਸੌਲਟ ਵਿਦ ਅ ਵੈਪਨ ਵਰਗੇ ਚਾਰਜ ਲਗਾਏ ਗਏ ਹਨ। ਜਿਨ੍ਹਾਂ ਦੇ ਉੱਪਰ ਇਹ ਚਾਰਜਸ ਲਗਾਏ ਗਏ ਉਹਨਾਂ ਦੇ ਨਾਮ ਗੁਰਵਿੰਦਰ ਢਿੱਲੋਂ ਜਿਸ ਦੀ ਉਮਰ 34 ਸਾਲ ਜੋ ਬ੍ਰੈਂਪਟਨ ਦੇ ਨਾਲ ਸੰਬੰਧਿਤ ਹੈ, ਮਨਿੰਦਰਜੀਤ ਢੀਂਡਸਾ ਜਿਸ ਦੀ ਉਮਰ 42 ਸਾਲ ਬ੍ਰੈਂਪਟਨ ਦੇ ਨਾਲ ਸੰਬੰਧਿਤ ਹੈ, ਹਰਪਾਲ ਢਿੱਲੋਂ ਜਿਸ ਦੀ ਉਮਰ 36 ਸਾਲ ਬ੍ਰੈਂਪਟਨ ਦੇ ਨਾਲ ਸੰਬੰਧਿਤ ਹੈ, ਲਖਵੀਰ ਸਿੰਘ ਜਿਸ ਦੀ ਉਮਰ 23 ਸਾਲ ਮਿਸੀਸਾਗਾ ਦੇ ਨਾਲ ਸੰਬੰਧਿਤ ਹੈ, ਜਸਪੁਨੀਤ ਬਾਜਵਾ ਇਸ ਦੀ ਉਮਰ 29 ਸਾਲ ਮਿਸੀਸਾਗਾ ਦੇ ਨਾਲ ਸੰਬੰਧਿਤ ਹੈ, ਖਾਲਿਬ ਰਾਹੀ ਜਿਸ ਦੀ ਉਮਰ 34 ਸਾਲ ਬ੍ਰੈਂਪਟਨ ਦੇ ਨਾਲ ਸੰਬੰਧਿਤ ਹੈ, ਰਮਨਪ੍ਰੀਤ ਸਿੰਘ ਜਿਸ ਦੀ ਉਮਰ 22 ਸਾਲ ਇਸ ਦੇ ਪਤੇ ਦੀ ਜਾਣਕਾਰੀ ਨਹੀਂ ਹੈ। ਇਹਨਾਂ ਸਭ ਦੀ ਹੁਣ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ। ਕੈਲੀਫੋਰਨੀਆ ਦੇ ਸੈਨ ਹੋਜ਼ੇ ਦੇ ਵਿੱਚ ਭਿਆਨਕ ਗੋਲੀਬਾਰੀ ਹੋਈ ਹੈ ਜਿਸ ਦੇ ਵਿੱਚ 8 ਜਾਣਿਆਂ ਦੀ ਜਾਨ ਚਲੀ ਗਈ। ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਸ਼ੂਟਰ ਦੀ ਵੀ ਮੌਤ ਹੋ ਗਈ ਹੈ। ਇਸ ਦੀ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਗਈ ਜਾਣੀ ਕਿ ਇਸ ਸਸਪੈਕਟ ਦਾ ਨਾਮ ਅਤੇ ਇਸ ਸੰਬੰਧੀ ਹੋਰ ਜਾਣਕਾਰੀ ਤਾਂ ਨਹੀਂ ਦਿੱਤੀ ਗਈ ਪਰ ਇਹ ਜ਼ਰੂਰ ਦੱਸਿਆ ਗਿਆ ਹੈ ਕਿ ਉਹ VTA ਦਾ ਕਰਮਚਾਰੀ ਸੀ। ਕੈਲੀਫੋਰਨੀਆ ਦੇ ਸੈਨ ਹੋਜ਼ੇ ਦੇ ਵਿੱਚ ਭਿਆਨਕ ਗੋਲੀਬਾਰੀ ਹੋਈ ਹੈ। ਅਧਿਕਾਰੀਆਂ ਮੁਤਾਬਕ ਇਸ ਗੋਲੀਬਾਰੀ ਦੇ ਵਿੱਚ 8 ਜਾਣਿਆਂ ਦੀ ਜਾਨ ਚਲੀ ਗਈ ਹੈ। ਇਹ ਘਟਨਾ ਕੈਲੀਫੋਰਨੀਆ ਸੈਨ ਹੋਜ਼ੇ ਦੇ VTA ਲਾਈਟ ਰੇਲ ਯਾਰਡ ਦੇ ਵਿੱਚ ਵਾਪਰੀ। ਜਿਸ ਵਿਅਕਤੀ ਵੱਲੋਂ ਗੋਲੀਬਾਰੀ ਨੂੰ ਅੰਜਾਮ ਦਿੱਤਾ ਗਿਆ ਉਸ ਦੀ ਵੀ ਮੌਤ ਹੋ ਚੁੱਕੀ ਹੈ। ਇਸ ਦੀ ਵੀ ਪੁਸ਼ਟੀ ਅਧਿਕਾਰੀਆਂ ਵੱਲੋਂ ਕੀਤੀ ਗਈ। ਪੁਲਿਸ ਵੱਲੋਂ ਗੋਲੀਬਾਰੀ ਦੇ ਨਾਲ ਸੰਬੰਧਿਤ ਸਸਪੈਕਟ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ ਪਰ ਉਹਨਾਂ ਵੱਲੋਂ ਫਿਲਹਾਲ ਇਹੀ ਦੱਸਿਆ ਗਿਆ ਕਿ ਉਹ VTA ਦਾ ਕਰਮਚਾਰੀ ਸੀ। ਸ਼ੂਟਰ ਦੀ ਮੌਤ ਦੀ ਪੁਸ਼ਟੀ ਦ ਸੈਂਟਾ ਕਲਾਰਾ ਕਾਉਂਟੀ ਸ਼ੈਰਿਫ ਦੇ ਆਫਿਸ ਵੱਲੋਂ ਕੀਤੀ ਗਈ। ਇਸ ਬਾਰੇ ਉਹਨਾਂ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਜਿੱਥੇ ਉਹਨਾਂ ਨੇ ਅਪਡੇਟ ਦਿੱਤੀ ਕਿ ਸ਼ੂਟਰ ਮਰ ਚੁੱਕਿਆ ਹੈ। ਇਸ ਘਟਨਾ ਦੇ ਸੰਬੰਧ ਦੇ ਵਿੱਚ ਸੈਨ ਹੋਜ਼ੇ ਦੇ ਮੇਅਰ ਦਾ ਵੀ ਬਿਆਨ ਸਾਹਮਣੇ ਆਇਆ। ਕੈਲੀਫੋਰਨੀਆ ਦੇ ਗਵਰਨਰ ਵੱਲੋਂ ਵੀ ਇਸ ਬਾਰੇ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ ਜਿੱਥੇ ਉਹਨਾਂ ਨੇ ਕਿਹਾ ਕਿ ਇਸ ਘਟਨਾ ਦੀ ਪਲ-ਪਲ ਦੀ ਜਾਣਕਾਰੀ ਉਹ ਲੈ ਰਹੇ ਹਨ। ਸੈਨ ਹੋਜ਼ੇ ਦੇ ਮੇਅਰ ਵੱਲੋਂ ਗੋਲੀਬਾਰੀ ਦੇ ਵਿੱਚ ਆਪਣਿਆਂ ਨੂੰ ਗਵਾਉਣ ਵਾਲੇ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ। ਮੇਅਰ ਵੱਲੋਂ ਇਸ ਘਟਨਾ ਨੂੰ ਡਾਰਕ ਮੋਮੈਂਟ ਦੱਸਿਆ ਗਿਆ। ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਸਵੇਰੇ 6:34 ਦੇ ਉੱਪਰ ਉਹਨਾਂ ਨੂੰ ਗੋਲੀਬਾਰੀ ਦੇ ਨਾਲ ਸੰਬੰਧਿਤ ਕਈ ਕਾਲਸ ਆਈਆਂ ਸਨ। ਇਹ ਗੋਲੀਬਾਰੀ ਸੈਨ ਹੋਜ਼ੇ ਦੇ 101 ਵੈਸਟ ਯੰਗਰ ਐਵੀਨਿਊ ਦੇ ਵਿੱਚ ਸਥਿਤ ਲਾਈਟ ਰੇਲ ਯਾਰਡ ਦੇ ਵਿੱਚ ਹੋਈ। ਸਸਪੈਕਟ ਵੱਲੋਂ ਗੋਲੀਬਾਰੀ ਦੇ ਵਿੱਚ ਕਿਸ ਹਥਿਆਰ ਦੀ ਵਰਤੋਂ ਕੀਤੀ ਗਈ ਇਹ ਵੀ ਉਹਨਾਂ ਵੱਲੋਂ ਅਜੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਇਸ ਗੋਲੀਬਾਰੀ ਦੇ ਨਾਲ ਸੰਬੰਧਿਤ 2 ਜਾਣਿਆਂ ਨੂੰ ਵੈਲੀ ਮੈਡੀਕਲ ਸੈਂਟਰ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਗਿਆ ਸੀ ਜਿੱਥੇ ਇੱਕ ਦੀ ਮੌਤ ਹੋ ਗਈ ਅਤੇ ਦੂਸਰੇ ਦੀ ਹਾਲਤ ਗੰਭੀਰ ਬਣੀ ਹੋਈ ਸੀ। ਜਿਸ ਦੇ ਕੁਝ ਮਿੰਟਾਂ ਬਾਅਦ ਹੀ ਇਹ ਪੁਸ਼ਟੀ ਕੀਤੀ ਗਈ ਕਿ ਇਸ ਗੋਲੀਬਾਰੀ ਦੀ ਘਟਨਾ ਦੇ ਵਿੱਚ 8 ਜਾਣਿਆਂ ਦੀ ਮੌਤ ਹੋ ਗਈ। ਫਿਲਹਾਲ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਜਿਸ ਤੋਂ ਬਾਅਦ ਇਸ ਦੇ ਨਾਲ ਸੰਬੰਧਿਤ ਤੋਂ ਬਾਕੀ ਦੀ ਜਾਣਕਾਰੀ ਸਾਂਝੀ ਕਰਨਗੇ। ਬ੍ਰਿਟਿਸ਼ ਕੋਲੰਬੀਆ ਤੋਂ ਮਾਮਲਾ ਸਾਹਮਣੇ ਆਇਆ, ਜਿੱਥੇ ਬ੍ਰਿਟਿਸ਼ ਕੋਲੰਬੀਆ ਦੇ ਕਲੋਨਾ ਦੇ ਵਿੱਚ ਸੜਕ ਹਾਦਸਾ ਵਾਪਰਿਆ। ਸਿੰਗਲ ਵਾਹਨ ਕ੍ਰੈਸ਼ ਸੀ, ਜਿਸ ਦੇ ਵਿੱਚ 3 ਜਾਣਿਆਂ ਦੀ ਮੌਤ ਹੋ ਗਈ। ਜਾਣਕਾਰੀ ਦੇ ਮੁਤਾਬਕ ਇਹ ਤਿੰਨੋਂ ਜਾਣੇ ਇੱਕ ਸਕੂਲ ਦੇ ਨਾਲ ਸੰਬੰਧਿਤ ਸਨ, ਜਾਣੀ ਕਿ 3 ਵਿਦਿਆਰਥੀਆਂ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਕਲੋਨਾ ਦੇ ਵਿੱਚ ਇੱਕ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਦੇ ਵਿੱਚ ਕਲੋਨਾ ਸੈਕੰਡਰੀ ਵਿਦਿਆਰਥੀਆਂ ਦੀ ਮੌਤ ਹੋਈ ਹੈ। ਇਸ ਹਾਦਸੇ ਦੇ ਵਿੱਚ ਮਰਨ ਵਾਲੇ ਵਿਦਿਆਰਥੀ ਗ੍ਰੇਡ 12 ਦੇ ਨਾਲ ਸੰਬੰਧਿਤ ਸਨ। ਉਹਨਾਂ ਦੀ ਅਧਿਆਪਕ ਵੱਲੋਂ ਕਲਾਸ ਦੇ ਵਿੱਚ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ। ਜ਼ਿਕਰਯੋਗ ਹੈ ਕਿ ਕਲੋਨਾ ਦੇ ਗਾਰਡਨ ਡਰਾਈਵ ਦੇ ਵਿੱਚ ਹਾਦਸਾ ਵਾਪਰਿਆ, ਜਿਸ ਦੇ ਵਿੱਚ 3 ਜਾਣਿਆਂ ਦੀ ਜਾਨ ਚਲੀ ਗਈ ਸੀ। ਕਲੋਨਾ RCMP ਘਟਨਾ ਵਾਲੀ ਥਾਂ ਦੇ ਉੱਪਰ ਸੀ, ਜਿਨ੍ਹਾਂ ਵੱਲੋਂ ਸਿੰਗਲ ਵਹੀਕਲ ਕੋਲੀਜਨ ਤੋਂ ਬਾਅਦ ਡਰਾਈਵਰਸ ਨੂੰ ਕਿਹਾ ਜਾ ਰਿਹਾ ਸੀ ਕਿ ਇਸ ਰਸਤੇ ਆਉਣ ਜਾਣ ਤੋਂ ਪਰਹੇਜ਼ ਕਰਨ। ਆਫੀਸਰਸ ਘਟਨਾ ਵਾਲੀ ਥਾਂ ਦੇ ਉੱਪਰ ਦੁਪਹਿਰ ਸਮੇਂ ਪਹੁੰਚੇ, ਜਿੱਥੇ ਉਹਨਾਂ ਵੱਲੋਂ ਸਿੰਗਲ ਵਹੀਕਲ ਕੋਲੀਜਨ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਸੀ। ਇਸ ਦੇ ਵਿੱਚ ਮਰਨ ਵਾਲਿਆਂ ਦੇ ਨਾਮਾਂ ਦੀ ਉਹਨਾਂ ਵੱਲੋਂ ਪੁਸ਼ਟੀ ਕੀਤੀ ਗਈ, ਜੋ ਕਿ ਕਲੋਨਾ ਸੈਕੰਡਰੀ ਸਟੂਡੈਂਟ ਨਿਕਲੇ, ਜਿਨ੍ਹਾਂ ਦੀ ਸਿੰਗਲ ਵਹੀਕਲ ਕ੍ਰੈਸ਼ ਦੇ ਵਿੱਚ ਮੌਤ ਹੋ ਗਈ। ਇਸ ਘਟਨਾ ਦੇ ਨਾਲ ਸੰਬੰਧਿਤ ਫਿਲਹਾਲ ਉਹਨਾਂ ਵੱਲੋਂ ਇਹੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਹ ਜਿਹੜੇ 3 ਵਿਦਿਆਰਥੀਆਂ ਦੀ ਮੌਤ ਹੋਈ ਹੈ, ਉਹ ਗ੍ਰੇਡ 12 ਦੇ ਨਾਲ ਸੰਬੰਧ ਰੱਖਦੇ ਸਨ। ਕੈਨੇਡਾ ਤੋਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ, ਜਿੱਥੇ 5 ਸੂਬਿਆਂ ਵੱਲੋਂ ਨਵੇਂ ਡਰਾਅ ਕੱਢੇ ਗਏ ਨੇ। ਇਹਨਾਂ 5 ਸੂਬਿਆਂ ਵੱਲੋਂ ਆਪਣੀ PNP ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ, ਜਾਣੀ ਕਿ ਉਹਨਾਂ ਨੂੰ ਸੱਦੇ ਜਾਰੀ ਕੀਤੇ ਗਏ ਹਨ। ਕੈਨੇਡਾ ਦੇ 5 ਸੂਬਿਆਂ ਤੋਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। 5 ਸੂਬਿਆਂ ਵੱਲੋਂ ਆਪਣੀ PNP ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। 4 ਸੂਬਿਆਂ ਵੱਲੋਂ ਆਪਣਾ ਡਰਾਅ ਇੱਕੋ ਦਿਨ ਜਾਣੀ ਕਿ ਮਈ 25 ਨੂੰ ਐਲਾਨ ਕੀਤਾ ਗਿਆ। ਇੱਕ ਸੂਬੇ ਐਲਬਰਟਾ ਵੱਲੋਂ ਆਪਣਾ ਡਰਾਅ ਮਈ 18 ਨੂੰ ਕੱਢਿਆ ਗਿਆ। ontario ਵੱਲੋਂ ਆਪਣੇ PNP ਡਰਾਅ ਦਾ ਐਲਾਨ ਮਈ 25 ਨੂੰ ਕੀਤਾ ਗਿਆ, ਜਿਸ ਦੇ ਵਿੱਚ 64 ਸਕਿਲਡ ਵਰਕਰਸ ਨੂੰ ਸੱਦੇ ਜਾਰੀ ਕੀਤੇ ਗਏ। ਸਸਕੈਚਵਾਨ ਵੱਲੋਂ ਜੋ ਆਪਣਾ ਡਰਾਅ ਮਈ 25 ਨੂੰ ਕੱਢਿਆ ਗਿਆ, ਇਸ ਦੇ ਵਿੱਚ 269 ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਐਲਬਰਟਾ ਵੱਲੋਂ ਆਪਣੇ ਡਰਾਅ ਦਾ ਐਲਾਨ ਮਈ 18 ਨੂੰ ਕੀਤਾ ਗਿਆ, ਜਿਸ ਦੇ ਵਿੱਚ 250 ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਵੱਲੋਂ ਮਈ 25 ਨੂੰ ਆਪਣੇ ਡਰਾਅ ਕੱਢੇ ਗਏ, ਜਿੱਥੇ ਬ੍ਰਿਟਿਸ਼ ਕੋਲੰਬੀਆ ਵੱਲੋਂ 370 ਅਤੇ ਮੈਨੀਟੋਬਾ ਵੱਲੋਂ 232 ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ। ontario ਵੱਲੋਂ ਜੋ ਡਰਾਅ ਕੱਢਿਆ ਗਿਆ, ਉਸ ਦੇ ਵਿੱਚ ਫੋਰਨ ਵਰਕਰਸ ਜਿਹੜੇ ਰੂਰਲ ਕਮਿਊਨਿਟੀਜ਼ ਦੇ ਵਿੱਚੋਂ ਸਨ, ਉਹਨਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ontario ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦੇ ਵੱਲੋਂ ਉਹਨਾਂ ਕੈਂਡੀਡੇਟਸ ਨੂੰ ਇਨਵੀਟੇਸ਼ਨ ਦਿੱਤੇ, ਜਿਨ੍ਹਾਂ ਦੀ ਐਕਸਪ੍ਰੈਸ਼ਨ ਆਫ ਇੰਟਰਸਟ ਸਿਸਟਮ ਦੇ ਵਿੱਚ ਪ੍ਰੋਫਾਈਲ ਸੀ। ontario ਵੱਲੋਂ ਆਪਣੇ ਨਵੇਂ ਐਪਲੀਕੇਸ਼ਨ ਇਨਟੇਕ ਸਿਸਟਮ, ਜਿਸ ਦੀ ਸ਼ੁਰੂਆਤ ਅਪ੍ਰੈਲ ਦੇ ਵਿੱਚ ਕੀਤੀ ਗਈ, ਉਸ ਦੇ ਤਹਿਤ ਇਹ ਤੀਸਰਾ EOI ਡਰਾਅ ਕੱਢਿਆ ਗਿਆ। ਸਸਕੈਚਵਾਨ ਵੱਲੋਂ 269 ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਇਸ ਤਹਿਤ ਉਹਨਾਂ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ ਜਿਹੜੇ ਸਸਕੈਚਵਾਨ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦੇ ਵਾਸਤੇ ਐਲੀਜੀਬਲ ਸਨ। ਇਸ ਡਰਾਅ ਦੇ ਤਹਿਤ 65 EOI ਸਕੋਰ ਦੀ ਜ਼ਰੂਰਤ ਸੀ। ਪਿਛਲੀ ਵਾਰ ਜੋ ਡਰਾਅ ਐਲਾਨ ਕੀਤਾ ਗਿਆ, ਉਸ ਦੇ ਮੁਤਾਬਕ ਇਸ ਵਾਰ ਦੇ ਡਰਾਅ ਦੇ ਵਿੱਚ EOI ਸਕੋਰ 5 ਪੁਆਇੰਟ ਘੱਟ ਰਿਹਾ। ਐਲਬਰਟਾ ਵੱਲੋਂ 250 PNP ਇਮੀਗ੍ਰੈਂਟ ਕੈਂਡੀਡੇਟਸ ਨੂੰ ਇਨਵੀਟੇਸ਼ਨ ਦਿੱਤੇ ਗਏ। ਹੁਣ ਤੱਕ 2021 ਦੇ ਦੌਰਾਨ ਐਲਬਰਟਾ ਵੱਲੋਂ 1909 ਇਨਵੀਟੇਸ਼ਨ ਜਾਰੀ ਕੀਤੇ ਜਾ ਚੁੱਕੇ ਨੇ। ਬ੍ਰਿਟਿਸ਼ ਕੋਲੰਬੀਆ ਵੱਲੋਂ ਜਿਸ PNP ਡਰਾਅ ਦਾ ਐਲਾਨ ਕੀਤਾ ਗਿਆ, ਇਸ ਦੇ ਤਹਿਤ 370 ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਤਹਿਤ 370 ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ਹੁਣ ਤੱਕ ਬ੍ਰਿਟਿਸ਼ ਕੋਲੰਬੀਆ ਵੱਲੋਂ 5000 ਇਨਵੀਟੇਸ਼ਨ ਜਾਰੀ ਕੀਤੇ ਜਾ ਚੁੱਕੇ ਨੇ। ਸਕਿਲਜ਼ ਇਮੀਗ੍ਰੇਸ਼ਨ ਅਤੇ ਐਕਸਪ੍ਰੈਸ ਐਂਟਰੀ ਬ੍ਰਿਟਿਸ਼ ਕੋਲੰਬੀਆ ਸਟਰੀਮ ਦੇ ਵਿੱਚੋਂ ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ। ਮੈਨੀਟੋਬਾ ਵੱਲੋਂ ਮਈ 25 ਨੂੰ ਆਪਣੇ ਡਰਾਅ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਵਿੱਚ 232 ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਇਨਵਾਈਟ ਕੀਤਾ ਗਿਆ। ਇਹ ਸੱਦੇ ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਤਹਿਤ ਜਾਰੀ ਕੀਤੇ ਗਏ। ਹੁਣ ਤੱਕ 2021 ਦੇ ਦੌਰਾਨ ਮੈਨੀਟੋਬਾ ਵੱਲੋਂ 3018 PNP ਕੈਂਡੀਡੇਟਸ ਨੂੰ ਨੋਮੀਨੇਸ਼ਨ ਦੇ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਜਾ ਚੁੱਕਿਆ ਹੈ। ਸਕਿਲਡ ਵਰਕਰਸ ਇਨ ਮੈਨੀਟੋਬਾ ਦੇ ਤਹਿਤ 166 ਇਨਵੀਟੇਸ਼ਨ ਦਿੱਤੇ ਗਏ, ਜਿਸ ਦੇ ਵਾਸਤੇ ਘੱਟੋ-ਘੱਟ 415 EOI ਸਕੋਰ ਦੀ ਜ਼ਰੂਰਤ ਸੀ। ਸਕਿਲਡ ਵਰਕਰਸ ਓਵਰਸੀਜ਼ ਦੇ ਤਹਿਤ 46 ਇਨਵੀਟੇਸ਼ਨ ਦਿੱਤੇ ਗਏ, ਜਿਸ ਦੇ ਵਾਸਤੇ ਘੱਟੋ-ਘੱਟ 703 EOI ਸਕੋਰਸ ਦੀ ਜ਼ਰੂਰਤ ਸੀ। ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਦੇ ਤਹਿਤ 20 ਇਨਵੀਟੇਸ਼ਨ ਜਾਰੀ ਕੀਤੇ ਗਏ। 20 ਇਨਵੀਟੇਸ਼ਨ ਜਿਨ੍ਹਾਂ ਨੂੰ ਲੈਟਰਸ ਆਫ ਐਡਵਾਈਸ ਟੂ ਅਪਲਾਈ ਕਿਹਾ ਜਾਂਦਾ ਹੈ, ਉਹ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਦਿੱਤੇ ਗਏ।
ਡੈਲਟਾ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਵਿਦਿਆਰਥੀ ਨੂੰ ਵਜੀਫਾ ਲੱਗਾ ਹੈ। ਇਸ ਵਿਦਿਆਰਥੀ ਨੂੰ ਅਗਲੀ ਪੜ੍ਹਾਈ ਦੇ ਵਾਸਤੇ $1 ਲੱਖ ਦਾ ਵਜੀਫਾ ਲੱਗਿਆ ਹੈ। ਡੈਲਟਾ ਦੇ ਵਿਦਿਆਰਥੀ ਨੂੰ ਪੜ੍ਹਾਈ ਵਾਸਤੇ ਵਜੀਫਾ ਲੱਗਾ ਹੈ। ਬਰਨਸਵਿਊ ਸੈਕੰਡਰੀ ਦੇ ਵਿਦਿਆਰਥੀ ਨੂੰ $1 ਲੱਖ ਦੀ ਸਕਾਲਰਸ਼ਿਪ ਲੱਗੀ ਹੈ। ਇਸ ਵਿਦਿਆਰਥੀ ਦਾ ਨਾਮ ਕੌਸ਼ਲ ਮੁਜਰਾਲ ਹੈ ਜਿਸ ਨੂੰ ਵਜੀਫਾ ਲੱਗਾ। ਕੌਸ਼ਲ ਹੁਣ ਸੌਫਟਵੇਅਰ ਇੰਜੀਨੀਅਰਿੰਗ ਦੀ ਪੜ੍ਹਾਈ ਦੇ ਵਾਸਤੇ ਯੂਨੀਵਰਸਿਟੀ ਆਫ ਵਾਟਰਲੂ ਦੇ ਵਿੱਚ ਜਾਵੇਗਾ। ਬਰਨਸਵਿਊ ਸੈਕੰਡਰੀ ਸਟੂਡੈਂਟ ਨੂੰ ਲਾਰਜੈਸਟ ਕੈਨੇਡੀਅਨ ਸਟੈਮ ਸਕਾਲਰਸ਼ਿਪ ਦੇ ਨਾਲ ਨਵਾਜਿਆ ਗਿਆ ਹੈ। ਇਸ ਸਾਲ ਦੇ ਵਿੱਚ 100 ਸਕਾਲਰਸ਼ਿਪ ਦਿੱਤੀਆਂ ਗਈਆਂ, ਜਿਸ ਵਿੱਚੋਂ ਬਰਨਸਵਿਊ ਸੈਕੰਡਰੀ ਦੇ ਵਿਦਿਆਰਥੀ ਕੌਸ਼ਲ ਮੁਜਰਾਲ ਨੂੰ ਵੀ ਇਹ ਵਜੀਫਾ ਲੱਗਾ ਹੈ। ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਬੰਦ ਕੀਤੀਆਂ ਗਈਆਂ। ਯਾਤਰਾ ਦੇ ਸੰਬੰਧੀ ਪਾਬੰਦੀਆਂ ਲਗਾਈਆਂ ਗਈਆਂ। 1.5 ਸਾਲ ਦਾ ਸਮਾਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਹੋ ਗਿਆ ਤੇ ਹੁਣ ਕਈ ਦੇਸ਼ ਅਜਿਹੇ ਨੇ ਜਿਨ੍ਹਾਂ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਕਿ ਪਾਬੰਦੀਆਂ ਜੋ ਯਾਤਰਾ ਸੰਬੰਧੀ ਲਗਾਈਆਂ ਗਈਆਂ ਉਹਨਾਂ ਦੇ ਵਿੱਚ ਰਾਹਤ ਦਿੱਤੀ ਜਾਵੇ। ਕਿਸ ਤਰ੍ਹਾਂ ਇਹ ਯਾਤਰਾ ਸੰਬੰਧੀ ਰਾਹਤ ਦਿੱਤੀ ਜਾ ਸਕਦੀ ਹੈ, ਵੱਖ-ਵੱਖ ਦੇਸ਼ਾਂ ਵੱਲੋਂ ਇਸ ਸੰਬੰਧੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਕੋਰੋਨਾ ਵਾਇਰਸ ਦੇ ਫੈਲਾਅ ਤੋਂ ਬਾਅਦ ਵੱਖ-ਵੱਖ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਬੰਦ ਕੀਤੀਆਂ ਗਈਆਂ। ਇੱਕ ਦੂਸਰੇ ਦੇ ਨਾਲ ਹਵਾਈ ਯਾਤਰਾ ਦੇ ਉੱਪਰ ਰੋਕ ਲਗਾਈ ਗਈ ਤਾਂ ਕਿ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਕਾਬੂ ਦੇ ਵਿੱਚ ਕੀਤਾ ਜਾ ਸਕੇ। ਕੋਰੋਨਾ ਵਾਇਰਸ ਨੂੰ ਫੈਲਿਆ 1.5 ਸਾਲ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੈ। ਹੁਣ ਵੱਖ-ਵੱਖ ਦੇਸ਼ਾਂ ਵੱਲੋਂ ਇਸ ਚੀਜ਼ ਦੇ ਉੱਪਰ ਵਿਚਾਰ ਕੀਤੀ ਜਾ ਰਹੀ ਹੈ ਕਿ ਉਹਨਾਂ ਵੱਲੋਂ ਯਾਤਰਾ ਸੰਬੰਧੀ ਇਜਾਜ਼ਤ ਕਦੋਂ ਅਤੇ ਕਿਸ ਤਰ੍ਹਾਂ ਦਿੱਤੀ ਜਾਵੇਗੀ। ਵਰਲਡ ਟਰੈਵਲ ਐਂਡ ਟੂਰਿਜ਼ਮ ਕੌਂਸਲ ਵੱਲੋਂ ਅੰਦਾਜ਼ਾ ਲਗਾਇਆ ਗਿਆ ਕਿ ਟੂਰਿਜ਼ਮ ਸੈਕਟਰ ਨੂੰ ਇੱਕ ਸਾਲ ਦੇ ਵਿੱਚ ਜਾਣੀ ਪਿਛਲੇ ਸਾਲ $4.5 ਟ੍ਰਿਲੀਅਨ ਦਾ ਘਾਟਾ ਪਿਆ। ਇੰਨਾ ਹੀ ਨਹੀਂ 62 ਮਿਲੀਅਨ ਨੌਕਰੀਆਂ ਵੀ ਚਲੀਆਂ ਗਈਆਂ। ਪਿਛਲੇ ਸਾਲ 에ਅਰਲਾਈਨਸ ਨੂੰ $126 ਬਿਲੀਅਨ ਦਾ ਘਾਟਾ ਸਹਿਣਾ ਪਿਆ। ਇਸ ਸਾਲ ਵੀ 에ਅਰਲਾਈਨਸ ਨੂੰ $48 ਬਿਲੀਅਨ ਦਾ ਘਾਟਾ ਪੈ ਸਕਦਾ ਹੈ। ਇਹ ਜਾਣਕਾਰੀ ਲਾਰਜੈਸਟ ਟ੍ਰੇਡ ਗਰੁੱਪ ਵੱਲੋਂ ਸਾਂਝੀ ਕੀਤੀ ਗਈ ਹੈ। ਵੱਖ-ਵੱਖ ਦੇਸ਼ਾਂ ਦੇ ਵਿੱਚ ਕੋਰੋਨਾ ਵਾਇਰਸ ਦੇ ਚੱਲਦਿਆਂ ਵੈਕਸੀਨੇਸ਼ਨ ਲਗਾਈ ਜਾ ਰਹੀ ਹੈ ਤਾਂ ਕਿ ਕੋਰੋਨਾ ਵਾਇਰਸ ਨੂੰ ਖਤਮ ਕੀਤਾ ਜਾ ਸਕੇ। ਇਸ ਦੇ ਨਾਲ ਹੀ ਯਾਤਰਾ ਸੰਬੰਧੀ ਉਮੀਦ ਵੀ ਜਾਗੀ ਹੈ ਕਿ ਹੁਣ ਜੋ ਦੇਸ਼ਾਂ ਵੱਲੋਂ ਯਾਤਰਾ ਸੰਬੰਧੀ ਪਾਬੰਦੀਆਂ ਲਗਾਈਆਂ ਗਈਆਂ ਉਸ ਦੇ ਵਿੱਚ ਹੌਲੀ-ਹੌਲੀ ਕਰਕੇ ਰਾਹਤ ਦਿੱਤੀ ਜਾਵੇਗੀ। ਯੂਰਪ ਅਤੇ ਯੂਕੇ ਦੇ ਵਿੱਚ ਗਰਮੀਆਂ ਕਾਫੀ ਜ਼ਿਆਦਾ ਮਾਰਕੀਟ ਦੇ ਲਈ ਮਜ਼ਬੂਤ ਹੁੰਦੀਆਂ ਨੇ। ਵਰਲਡ ਟਰੈਵਲ ਐਂਡ ਟੂਰਿਜ਼ਮ ਕੌਂਸਲ ਨੂੰ ਲੱਗਦਾ ਹੈ ਯੂਰਪ ਅਤੇ ਯੂਕੇ ਇਹਨਾਂ ਗਰਮੀਆਂ ਦੇ ਵਿੱਚ ਕੋਰੋਨਾ ਪਾਬੰਦੀਆਂ ਵਿੱਚ ਢਿੱਲ ਦੇ ਸਕਦੇ ਨੇ। ਯੂਰਪ ਵੱਲੋਂ ਹੌਲੀ-ਹੌਲੀ ਕਰਕੇ ਰਾਹਤ ਦਿੱਤੀ ਜਾਣੀ ਸ਼ੁਰੂ ਕੀਤੀ ਗਈ ਹੈ। ਗ੍ਰੀਸ, ਸਪੇਨ ਅਤੇ ਟਰਕੀ ਜ਼ਿਆਦਾਤਰ ਟੂਰਿਜ਼ਮ ਦੇ ਉੱਪਰ ਨਿਰਭਰ ਹਨ। ਹਾਲ ਹੀ ਦੇ ਵਿੱਚ ਯੂਰਪੀਅਨ ਯੂਨੀਅਨ ਐਂਬੈਸਡਰ ਵੱਲੋਂ ਇਸ ਚੀਜ਼ ਦੇ ਉੱਪਰ ਸਹਿਮਤੀ ਦਾ ਪ੍ਰਗਟਾਵਾ ਕੀਤਾ ਗਿਆ ਕਿ ਵਿਜ਼ਿਟਰਸ ਨੂੰ ਯੂਰਪ ਆਉਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ਫੁੱਲੀ ਵੈਕਸੀਨੇਟਡ ਯਾਨੀ ਕਿ ਜਿਨ੍ਹਾਂ ਨੂੰ ਦੋਨੋਂ ਡੋਜ਼ ਲੱਗ ਚੁੱਕੇ ਨੇ ਉਹਨਾਂ ਨੂੰ ਯਾਤਰਾ ਕਰਨ ਦੀ ਆਗਿਆ ਮਿਲ ਸਕਦੀ ਹੈ। ਪਰ ਅਜੇ ਉਹਨਾਂ ਵੱਲੋਂ ਇਸ ਬਾਰੇ ਕੋਈ ਵੀ ਸਪਸ਼ਟ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਗ੍ਰੀਸ ਦੇ ਵਿੱਚ ਟੂਰਿਜ਼ਮ ਨੂੰ ਇਜਾਜ਼ਤ ਦਿੱਤੀ ਜਾ ਚੁੱਕੀ ਹੈ ਜਿੱਥੇ ਉਹਨਾਂ ਵੱਲੋਂ ਇਸ ਸੰਬੰਧੀ ਕੁਝ ਸ਼ਰਤਾਂ ਦਾ ਐਲਾਨ ਕੀਤਾ ਗਿਆ। ਥਾਈਲੈਂਡ ਵੱਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਟੂਰਿਜ਼ਮ ਦੇ ਉੱਪਰ ਰੋਕ ਲਗਾਈ ਗਈ ਪਰ ਹੁਣ ਉਹਨਾਂ ਵੱਲੋਂ ਟੂਰਿਜ਼ਮ ਜਾਣੀ ਕਿ ਯਾਤਰਾ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਮੈਕਸੀਕੋ ਦੇ ਵਿੱਚ ਕੋਈ ਵੀ ਫਲਾਈਟ ਦੇ ਨਾਲ ਸੰਬੰਧਿਤ ਪਾਬੰਦੀਆਂ ਨਹੀਂ ਲਗਾਈਆਂ ਗਈਆਂ। ਆਉਣ ਵਾਲੇ ਯਾਤਰੀਆਂ ਦੇ ਉੱਪਰ ਕੋਈ ਵੀ ਸਖਤੀਆਂ ਮੈਕਸੀਕੋ ਵੱਲੋਂ ਨਹੀਂ ਐਲਾਨੀਆਂ ਗਈਆਂ। ਯੂਐਸ ਵੱਲੋਂ ਜ਼ਿਆਦਾਤਰ ਯੂਰਪ, ਚਾਈਨਾ, ਇੰਡੀਆ ਅਤੇ ਬ੍ਰਾਜ਼ੀਲ ਤੋਂ ਆਉਣ ਵਾਲੇ ਵਿਜ਼ਿਟਰਸ ਦੇ ਉੱਪਰ ਰੋਕ ਲਗਾਈ ਗਈ ਹੈ। ਯੂਐਸ ਦੇ ਵਿੱਚ ਯਾਤਰਾ ਕਰਕੇ ਆਉਣ ਵਾਲੇ ਨੂੰ ਕੁਝ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ। ਕੈਨੇਡਾ ਅਤੇ ਯੂਐਸ ਬਾਰਡਰ ਵੀ ਕੋਰੋਨਾ ਵਾਇਰਸ ਦੇ ਚੱਲਦਿਆਂ ਮਾਰਚ 2020 ਤੋਂ ਬੰਦ ਪਿਆ ਹੈ ਜਿਸ ਨੂੰ ਜੂਨ 21 ਤੱਕ ਬੰਦ ਰੱਖੇ ਜਾਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਦੱਸਣਯੋਗ ਹੈ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਟੀਕਾ ਜਾਣੀ ਕਿ ਵੈਕਸੀਨੇਸ਼ਨ ਤੋਂ ਬਾਅਦ ਉਮੀਦ ਜਾਗੀ ਹੈ ਕਿ ਹੌਲੀ-ਹੌਲੀ ਕਰਕੇ ਯਾਤਰਾ ਸੰਬੰਧੀ ਪਾਬੰਦੀਆਂ ਨੂੰ ਹਟਾਇਆ ਜਾਵੇਗਾ। ਬਹੁਤੇ ਦੇਸ਼ ਅਜਿਹੇ ਹਨ ਜਿਨ੍ਹਾਂ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਕਿ ਯਾਤਰਾ ਸੰਬੰਧੀ ਜੋ ਪਾਬੰਦੀਆਂ ਲਗਾਈਆਂ ਗਈਆਂ ਉਹਨਾਂ ਦੇ ਵਿੱਚ ਢਿੱਲ ਦਿੱਤੀ ਜਾਵੇ। ਕੋਰੋਨਾ ਵਾਇਰਸ ਨੂੰ ਫੈਲਿਆ 1.5 ਸਾਲ ਦਾ ਸਮਾਂ ਹੋ ਚੁੱਕਿਆ ਹੈ। ਲੋਕਾਂ ਦੇ ਮਨਾਂ ਦੇ ਵਿੱਚ ਵੱਡਾ ਸਵਾਲ ਹੈ ਕਿ ਜ਼ਿੰਦਗੀ ਆਮ ਵਾਂਗ ਕਦੋਂ ਹੋਵੇਗੀ, ਪਰ ਇਸ ਨੂੰ ਲੈ ਕੇ ਬਹੁਤ ਸਾਰੇ ਲੋਕ ਚਿੰਤਾ ਦੇ ਵਿੱਚ ਵੀ ਨੇ। ਕੈਨੇਡਾ ਦੇ ਵਿੱਚ ਇਸ ਦੇ ਨਾਲ ਸੰਬੰਧਿਤ ਇੱਕ ਸਰਵੇ ਕਰਵਾਇਆ ਗਿਆ ਜਿਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਵੱਡੀ ਗਿਣਤੀ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਆਮ ਜ਼ਿੰਦਗੀ ਦੀ ਚਿੰਤਾ ਸਤਾ ਰਹੀ ਹੈ। ਲੋਕਾਂ ਦੇ ਮਨਾਂ ਦੇ ਵਿੱਚ ਵੱਡਾ ਸਵਾਲ ਹੈ ਕਿ ਕੋਰੋਨਾ ਵਾਇਰਸ ਤੋਂ ਬਾਅਦ ਉਹ ਨਾਰਮਲ ਜ਼ਿੰਦਗੀ ਕਦੋਂ ਜਿਉਣਗੇ। ਇੱਕ ਸਰਵੇ ਕਰਵਾਇਆ ਗਿਆ ਜਿਸ ਦੇ ਵਿੱਚ ਪਤਾ ਚੱਲਿਆ ਕਿ ਅੱਧੇ ਤੋਂ ਜ਼ਿਆਦਾ ਅਜਿਹੇ ਕੈਨੇਡੀਅਨਸ ਨੇ ਜਿਹੜੇ ਕਿ ਨਾਰਮਲ ਜ਼ਿੰਦਗੀ ਨੂੰ ਲੈ ਕੇ ਕਾਫੀ ਚਿੰਤਤ ਹਨ। ਕੋਰੋਨਾ ਵਾਇਰਸ ਦੇ ਚੱਲਦਿਆਂ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਕਈ ਉਤਾਰ ਚੜਾਵ ਆਏ ਨੇ।
ਨਵੇਂ ਸਰਵੇ ਤੋਂ ਜਾਣਕਾਰੀ ਮਿਲਦੀ ਹੈ ਕਿ ਅੱਧੇ ਤੋਂ ਜ਼ਿਆਦਾ ਕੈਨੇਡੀਅਨਸ ਅਜਿਹੇ ਨੇ ਜਿਨ੍ਹਾਂ ਨੂੰ ਆਮ ਜ਼ਿੰਦਗੀ ਵੱਲ ਵਾਪਸ ਪਰਤਣ ਨੂੰ ਲੈ ਕੇ ਚਿੰਤਾ ਹੈ। ਲੇਜਰ ਵੱਲੋਂ ਇੱਕ ਆਨਲਾਈਨ ਸਰਵੇ ਕਰਵਾਇਆ ਗਿਆ ਜਿਸ ਦੇ ਵਿੱਚ 1647 ਕੈਨੇਡੀਅਨਸ ਵੱਲੋਂ ਹਿੱਸਾ ਲਿਆ ਗਿਆ। ਇਹ ਸਰਵੇ ਮਈ 21 ਤੋਂ ਮਈ 23 ਦੇ ਵਿਚਕਾਰ ਕਰਾਇਆ ਗਿਆ। ਇਸ ਦੇ ਵਿੱਚ ਪਤਾ ਚੱਲਿਆ ਕਿ 52% ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਾਅਦ ਆਮ ਜ਼ਿੰਦਗੀ ਨੂੰ ਲੈ ਕੇ ਐਂਜ਼ਾਈਟੀ ਹੈ। ਇਸ ਦੇ ਵਿੱਚ ਜ਼ਿਆਦਾਤਰ 18 ਸਾਲ ਤੋਂ 24 ਸਾਲ ਦੇ ਉਮਰ ਵਾਲੇ ਹਨ। ਕੈਨੇਡਾ ਦੇ ਵਿੱਚ ਕਈ ਪ੍ਰੋਵਿੰਸਸ ਵੱਲੋਂ ਆਪਣੇ ਰੀਓਪਨਿੰਗ ਪਲਾਨ ਸਾਂਝੇ ਕੀਤੇ ਗਏ ਨੇ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਪੜਾਅਵਾਰ ਵੱਖ-ਵੱਖ ਚੀਜ਼ਾਂ ਦੇ ਵਿੱਚ ਢਿੱਲ ਦਿੱਤੀ ਜਾਵੇਗੀ। ontario, ਕਿਬੈਕ, ਸਸਕੈਚੁਆਨ ਅਤੇ ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਪਲਾਨ ਸਾਂਝੇ ਕੀਤੇ ਗਏ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦੀ ਸਰਕਾਰ ਵੱਲੋਂ ਇਸ ਚੀਜ਼ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ ਕਿ ਅਮਰੀਕਾ-US ਬਾਰਡਰ ਕਦੋਂ ਖੋਲ੍ਹਿਆ ਜਾਣਾ ਹੈ। ਯਾਤਰਾ ਦੇ ਨਾਲ ਸੰਬੰਧਿਤ ਵਿਚਾਰ ਵੀ ਕੈਨੇਡਾ ਦੇ ਵਿੱਚ ਚੱਲ ਰਹੀ ਹੈ। ਬਹੁਤ ਸਾਰੇ ਅਜਿਹੇ ਕੈਨੇਡੀਅਨਸ ਨੇ, ਖਾਸ ਕਰ ਨੌਜਵਾਨ, ਉਹਨਾਂ ਦੇ ਮਨਾਂ ਦੇ ਵਿੱਚ ਕਈ ਸਵਾਲ ਨੇ। ਕੋਰੋਨਾ ਵਾਇਰਸ ਨੇ ਕਈ ਤਰ੍ਹਾਂ ਦੇ ਜ਼ਿੰਦਗੀ ਦੇ ਉੱਪਰ ਪ੍ਰਭਾਵ ਪਾਏ ਨੇ, ਜਿਸ ਤੋਂ ਬਾਅਦ ਆਮ ਜ਼ਿੰਦਗੀ ਵੱਲ ਪਰਤਣ ਨੂੰ ਲੈ ਕੇ ਵੀ ਕਈ ਕੁਐਸਚਨ ਮਨਾਂ ਦੇ ਵਿੱਚ ਆ ਰਹੇ ਹਨ। ਅਮਰੀਕਾ ਤੋਂ ਵੈਕਸੀਨੇਸ਼ਨ ਦੇ ਨਾਲ ਜੁੜੀ ਹੋਈ ਅਪਡੇਟ ਸਾਹਮਣੇ ਆਈ ਹੈ, ਜਿੱਥੇ 50% ਨੌਜਵਾਨ ਅਜਿਹੇ ਨੇ ਜਿਨ੍ਹਾਂ ਨੂੰ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲਗਾ ਦਿੱਤੇ ਗਏ। ਜੀ ਹਾਂ, ਅਮਰੀਕਾ ਦੇ ਵਿੱਚ 50% ਅਡਲਟਸ ਫੁੱਲੀ ਵੈਕਸੀਨੇਟਡ ਹਨ। ਇਸ ਦੀ ਜਾਣਕਾਰੀ CDC ਵੱਲੋਂ ਸਾਂਝੀ ਕੀਤੀ ਗਈ ਹੈ। ਅਮਰੀਕਾ ਤੋਂ ਵੈਕਸੀਨੇਸ਼ਨ ਦੇ ਨਾਲ ਜੁੜੀ ਹੋਈ ਅਪਡੇਟ ਸਾਹਮਣੇ ਆਈ ਹੈ, ਜਿੱਥੇ 50% ਅਡਲਟਸ ਨੂੰ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲੱਗ ਚੁੱਕੇ ਹਨ। ਇਹ ਜਾਣਕਾਰੀ CDC ਵੱਲੋਂ ਸਾਂਝੀ ਕੀਤੀ ਗਈ ਹੈ। ਅਮਰੀਕਾ ਦੇ ਹਰ 2 ਵਿੱਚੋਂ ਇੱਕ ਵਿਅਕਤੀ ਵੱਲੋਂ ਕੋਵਿਡ-19 ਵੈਕਸੀਨ ਦਾ ਪਹਿਲਾ ਸ਼ਾਟ ਲਗਵਾ ਲਿਆ ਗਿਆ ਹੈ। US ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਅਮਰੀਕਾ ਦੇ ਵਿੱਚ 50% ਅਡਲਟਸ ਦੇ ਵੱਲੋਂ, ਜਾਣੀ ਕਿ ਜਿਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਹੈ, ਉਹਨਾਂ ਵੱਲੋਂ ਵੈਕਸੀਨ ਦੇ ਦੋਨੋਂ ਸ਼ਾਟ ਲਗਵਾ ਲਏ ਗਏ ਨੇ। ਏਜੰਸੀ ਦੇ ਮੁਤਾਬਕ 49.5% ਅਮਰੀਕਾ ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦਾ ਘੱਟੋ-ਘੱਟ ਇੱਕ ਸ਼ਾਟ ਲਗਵਾ ਲਿਆ ਗਿਆ ਹੈ, ਜਦਕਿ ਦੇਸ਼ ਦੇ ਵਿੱਚ 50% ਅਡਲਟ ਪੋਪੂਲੇਸ਼ਨ ਵੱਲੋਂ ਕੋਵਿਡ ਦੇ ਦੋਨੋਂ ਸ਼ਾਟ ਲਗਵਾ ਲਏ ਗਏ ਨੇ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਪ੍ਰਭਾਵ ਅਮਰੀਕਾ ਦੇ ਵਿੱਚ ਦੇਖਣ ਨੂੰ ਮਿਲਿਆ ਸੀ। ਅਮਰੀਕਾ ਦੇ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਅਹੁਦਾ ਸੰਭਾਲਦਿਆਂ ਹੀ ਜੋ ਬਾਈਡਨ ਵੱਲੋਂ ਐਲਾਨ ਕੀਤਾ ਗਿਆ ਕਿ ਜਲਦ ਤੋਂ ਜਲਦ ਅਮਰੀਕਨਸ ਨੂੰ ਕੋਵਿਡ-19 ਵੈਕਸੀਨ ਲਗਾਈ ਜਾਵੇਗੀ। ਉਹਨਾਂ ਵੱਲੋਂ ਟੀਕੇ ਦੇ ਨਾਲ ਸੰਬੰਧਿਤ ਸਮੇਂ-ਸਮੇਂ ਦੇ ਉੱਪਰ ਟਾਰਗੇਟ ਤੈਅ ਕੀਤੇ ਗਏ, ਜਿਹੜੇ ਉਹਨਾਂ ਵੱਲੋਂ ਪੂਰੇ ਕੀਤੇ ਗਏ। ਇਸੇ ਸੰਬੰਧੀ CDC ਵੱਲੋਂ ਜੋ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ, ਉਸ ਦੇ ਮੁਤਾਬਕ ਅਮਰੀਕਾ ਦੇ 50% ਅਡਲਟਸ ਅਜਿਹੇ ਨੇ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟ ਲਗਾ ਲਏ ਗਏ ਨੇ, ਜਿਸ ਦਾ ਮਤਲਬ ਹੈ ਕਿ ਅਮਰੀਕਾ ਦੇ 50% ਅਡਲਟਸ ਫੁੱਲੀ ਵੈਕਸੀਨੇਟਡ ਹਨ। Amazon ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਵੱਲੋਂ MGM ਸਟੂਡੀਓ ਖਰੀਦੇ ਜਾ ਰਹੇ ਹਨ। 9 ਬਿਲੀਅਨ ਅਮਰੀਕਨ ਡਾਲਰ ਦੇ ਨਾਲ ਇਹ ਸਟੂਡੀਓ ਖਰੀਦੇ ਜਾ ਰਹੇ ਨੇ। ਕੰਪੀਟੀਸ਼ਨ ਨੂੰ ਦੇਖਦਿਆਂ ਉਹਨਾਂ ਵੱਲੋਂ ਇਹ ਕਦਮ ਚੁੱਕਿਆ ਗਿਆ। Amazon ਵੱਲੋਂ 9 ਬਿਲੀਅਨ US ਡਾਲਰ ਦੀ ਕੀਮਤ ਦੇ ਨਾਲ MGM ਸਟੂਡੀਓਜ਼ ਨੂੰ ਖਰੀਦਿਆ ਜਾ ਰਿਹਾ ਹੈ। Amazon ਇਨਕਾਰਪੋਰੇਸ਼ਨ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਭਾਰੀ ਕੰਪੀਟੀਸ਼ਨ ਨੂੰ ਦੇਖਦਿਆਂ ਉਹਨਾਂ ਵੱਲੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ, ਜਿੱਥੇ MGM US ਮੂਵੀ ਸਟੂਡੀਓ ਉਹਨਾਂ ਵੱਲੋਂ ਖਰੀਦੇ ਜਾ ਰਹੇ ਹਨ। ਉਹਨਾਂ ਵੱਲੋਂ 8.45 ਬਿਲੀਅਨ US ਡਾਲਰ ਦੇ ਨਾਲ ਇਸ ਨੂੰ ਖਰੀਦਿਆ ਜਾ ਰਿਹਾ ਹੈ। ਜਾਣਕਾਰੀ ਦੇ ਲਈ ਦੱਸ ਦਈਏ ਕਿ MGM ਦੀ ਸ਼ੁਰੂਆਤ 1924 ਦੇ ਵਿੱਚ ਹੋਈ ਸੀ। ਮਾਰਕੀਟ ਦੇ ਵਿੱਚ Amazon ਪ੍ਰਾਈਮ ਵੀਡੀਓਜ਼ ਦੀਆਂ ਕਈ ਕੰਪੀਟੀਟਰਸ ਹਨ, ਜਿਵੇਂ ਕਿ Netflix ਇਨਕਾਰਪੋਰੇਸ਼ਨ, ਵਾਲਟ ਡਿਜ਼ਨੀ ਕਾਰਪੋਰੇਸ਼ਨ, Disney Plus, HBO Max ਐਂਡ Apple ਇਨਕਾਰਪੋਰੇਸ਼ਨ, Apple TV Plus। ਕੰਪਨੀਆਂ ਵੱਲੋਂ ਆਪਣੇ ਆਪ ਨੂੰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵਧਾਇਆ ਜਾ ਰਿਹਾ ਹੈ ਤਾਂ ਕਿ ਉਹ ਕੰਪੀਟੀਸ਼ਨ ਦੇ ਵਿੱਚ ਬਣੀਆਂ ਰਹਿ ਸਕਣ। ਇਸ ਤੋਂ ਬਾਅਦ ਹੁਣ Amazon ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਨੇ ਦੱਸਿਆ ਕਿ MGM ਸਟੂਡੀਓ ਉਹਨਾਂ ਵੱਲੋਂ ਖਰੀਦੇ ਜਾ ਰਹੇ ਨੇ, ਜਿਸ ਦੇ ਵਾਸਤੇ ਉਹਨਾਂ ਵੱਲੋਂ 9 ਬਿਲੀਅਨ US ਡਾਲਰ ਦੀ ਕੀਮਤ ਅਦਾ ਕੀਤੀ ਜਾ ਰਹੀ ਹੈ। ਕੋਰੋਨਾ ਵਾਇਰਸ ਦੇ ਨਾਲ ਸੰਬੰਧਿਤ ਕੈਨੇਡਾ ਤੋਂ ਰਾਹਤ ਦੀ ਖਬਰ ਆਈ ਹੈ, ਜਿੱਥੇ ਹੁਣ ਕੋਰੋਨਾ ਦੇ ਮਾਮਲੇ ਘੱਟ ਹੋਣ ਲੱਗੇ ਨੇ। ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕੋਵਿਡ-19 ਵੈਕਸੀਨ ਲੱਗ ਰਹੀ ਹੈ ਤੇ ਵੱਖ-ਵੱਖ ਸੂਬਿਆਂ ਤੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਵੀ ਰਫ਼ਤਾਰ ਘਟ ਰਹੀ ਹੈ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਦੇ ਮਾਮਲੇ ਸਾਹਮਣੇ ਆਏ, ਦੇਸ਼ ਦੇ ਵਿੱਚ ਕੀ ਕੋਰੋਨਾ ਵਾਇਰਸ ਦੇ ਹਾਲਾਤ ਨੇ, ਦੱਸਾਂਗੇ ਇਸ ਖਬਰ ਦੇ ਵਿੱਚ। ਕੈਨੇਡਾ ਤੋਂ ਕੋਰੋਨਾ ਵਾਇਰਸ ਦੇ ਨਾਲ ਸੰਬੰਧਿਤ ਰਾਹਤ ਦੀ ਖਬਰ ਸਾਹਮਣੇ ਆਈ ਹੈ, ਜਿੱਥੇ ਹੁਣ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਰਫ਼ਤਾਰ ਪਹਿਲਾਂ ਦੇ ਮੁਕਾਬਲੇ ਘੱਟ ਹੋਈ ਹੈ। ਜੀ ਹਾਂ, ਕੈਨੇਡਾ ਦੇ ਵਿੱਚ ਅਪ੍ਰੈਲ ਮਹੀਨੇ ਤੋਂ
ਆਉਣ ਵਾਲੇ ਕਰੋਨਾ ਮਾਮਲਿਆਂ ਦੇ ਵਿੱਚ 70% ਦੀ ਗਿਰਾਵਟ ਦਰਜ ਕੀਤੀ ਗਈ, ਜੋ ਕਿ ਮਾਰਚ 1 ਤੋਂ ਬਾਅਦ ਦੀ ਸਭ ਤੋਂ ਘੱਟ ਗਿਣਤੀ ਹੈ। ਹੁਣ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਦੇ ਮਾਮਲੇ ਸਾਹਮਣੇ ਆਏ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 1095 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਓਨਟਾਰੀਓ ਦੇ ਵਿੱਚ ਕਰੋਨਾ ਮਾਮਲਿਆਂ ਦੀ ਰਫ਼ਤਾਰ ਘਟਦੀ ਹੋਈ ਦਿਖਾਈ ਦੇ ਰਹੀ ਹੈ। 24 ਘੰਟਿਆਂ ਦੌਰਾਨ 23 ਲੋਕਾਂ ਦੀ ਜਾਨ ਇਸ ਵਾਇਰਸ ਦੇ ਕਾਰਨ ਚਲੀ ਗਈ। ਹਸਪਤਾਲ ਦੇ ਵਿੱਚ 1073 ਦੇ ਕਰੀਬ ਮਰੀਜ਼ਾਂ ਦੀ ਗਿਣਤੀ ਹੈ। 672 ਇੰਟੈਂਸਿਵ ਕੇਅਰ ਅਧੀਨ ਹਨ ਅਤੇ 469 ਵੈਂਟੀਲੇਟਰ ਦੇ ਉੱਪਰ ਨੇ। ਕਿਊਬੈਕ ਦੇ ਵਿੱਚ ਕਰੋਨਾ ਦੇ ਮਾਮਲੇ ਘਟਣ ਲੱਗੇ ਹਨ। 24 ਘੰਟਿਆਂ ਦੌਰਾਨ 308 ਮਾਮਲਿਆਂ ਦੀ ਪੁਸ਼ਟੀ ਹੋਈ ਅਤੇ 4 ਮੌਤਾਂ ਇਸ ਕਾਰਨ ਦਰਜ ਕੀਤੀਆਂ ਗਈਆਂ। ਹੁਣ ਤੱਕ ਕਿਊਬੈਕ ਦੇ ਵਿੱਚ 3,68,463 ਦੇ ਕਰੀਬ ਕੁੱਲ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 11,105 ਦੇ ਕਰੀਬ ਹੁਣ ਤੱਕ ਮੌਤਾਂ ਇਸ ਵਾਇਰਸ ਦੇ ਕਾਰਨ ਹੋ ਚੁੱਕੀਆਂ ਨੇ। ਹਸਪਤਾਲ ਦੇ ਵਿੱਚ 499 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 101 ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਦੇ ਵਿੱਚ 60% ਅਡਲਟਸ ਕੋਵਿਡ-19 ਵੈਕਸੀਨ ਦਾ ਪਹਿਲਾ ਸ਼ਾਟ ਲਗਵਾ ਚੁੱਕੇ ਨੇ। ਕੈਨੇਡਾ ਦੇ ਵਿੱਚ ਹੁਣ ਤੱਕ 13.7 ਮਿਲੀਅਨ ਦੇ ਕਰੀਬ ਕੁੱਲ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 25,352 ਮੌਤਾਂ ਇਸ ਵਾਇਰਸ ਦੇ ਕਾਰਨ ਹੋ ਚੁੱਕੀਆਂ ਨੇ। ਕੈਨੇਡਾ ਦੇ ਵਿੱਚ 13 ਮਿਲੀਅਨ ਦੇ ਕਰੀਬ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਕਰੋਨਾ ਵਾਇਰਸ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਸੂਬਿਆਂ ਦੇ ਵਿੱਚ ਸਖਤੀਆਂ ਕੀਤੀਆਂ ਗਈਆਂ। ਮੈਨੀਟੋਬਾ ਦੇ ਵਿੱਚ ਵੀ ਪਾਬੰਦੀਆਂ ਲਗਾਈਆਂ ਗਈਆਂ, ਪਰ ਫਿਰ ਵੀ ਕਈ ਲੋਕ ਨਿਯਮਾਂ ਦਾ ਉਲੰਘਣ ਕਰਦੇ ਨਜ਼ਰ ਆ ਰਹੇ ਨੇ। ਮੈਨੀਟੋਬਾ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਇੱਕ ਹਫ਼ਤੇ ਦੇ ਵਿੱਚ 88 ਟਿਕਟਾਂ ਜਾਰੀ ਕੀਤੀਆਂ ਗਈਆਂ। ਜਿਨ੍ਹਾਂ ਲੋਕਾਂ ਵੱਲੋਂ ਕਰੋਨਾ ਦੇ ਨਿਯਮ ਤੋੜੇ ਗਏ, ਉਹਨਾਂ ਨੂੰ ਜੁਰਮਾਨੇ ਲਗਾਏ ਗਏ। ਇਸ ਖਬਰ ਦੇ ਵਿੱਚ ਇਸ ਦੇ ਨਾਲ ਸੰਬੰਧਿਤ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਕਿ ਇੱਕ ਹਫ਼ਤੇ ਦੇ ਵਿੱਚ ਕਿੰਨਿਆਂ ਲੋਕਾਂ ਨੂੰ ਜੁਰਮਾਨਾ ਲੱਗਾ ਅਤੇ ਕਿੰਨੀ ਰਕਮ ਦੇ ਉਹਨਾਂ ਨੂੰ ਫਾਈਨ ਪਏ ਹਨ। ਮੈਨੀਟੋਬਾ ਸਰਕਾਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਨਿਯਮਾਂ ਦਾ ਉਲੰਘਣ ਕਰਨ ਦੇ ਚੱਲਦਿਆਂ 102 ਟਿਕਟਾਂ ਜਾਰੀ ਕੀਤੀਆਂ ਗਈਆਂ। ਇਹ ਟਿਕਟਾਂ ਪਿਛਲੇ ਹਫ਼ਤੇ ਜਾਰੀ ਕੀਤੀਆਂ ਗਈਆਂ। ਇੱਕ ਪਾਸੇ ਪ੍ਰੋਵਿੰਸ ਦੇ ਵਿੱਚ ਕਰੋਨਾ ਵਾਇਰਸ ਦੇ ਚੱਲਦਿਆਂ ਪਾਬੰਦੀਆਂ ਲਗਾਈਆਂ ਗਈਆਂ, ਦੂਜੇ ਪਾਸੇ ਕੁਝ ਲੋਕ ਅਜਿਹੇ ਨੇ ਜਿਨ੍ਹਾਂ ਵੱਲੋਂ ਕਰੋਨਾ ਨਿਯਮਾਂ ਦਾ ਉਲੰਘਣ ਕੀਤਾ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਇਕੱਠ ਕੀਤਾ ਜਾ ਰਿਹਾ ਹੈ। ਜਾਣਕਾਰੀ ਦੇ ਮੁਤਾਬਕ ਮਈ 17 ਤੋਂ ਮਈ 23 ਦੇ ਵਿਚਕਾਰ 96 ਜੁਰਮਾਨੇ ਲਗਾਏ ਗਏ। ਵਿਅਕਤੀਆਂ ਨੂੰ $1,296 ਦੇ ਜੁਰਮਾਨੇ ਲਗਾਏ ਗਏ। ਆਫੀਸ਼ੀਅਲਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਹਨਾਂ ਵਿੱਚੋਂ 88 ਇਕੱਠ ਦੇ ਨਾਲ ਸੰਬੰਧਿਤ ਸਨ, ਜੋ ਕਿ ਪ੍ਰਾਈਵੇਟ ਰੈਜ਼ੀਡੈਂਸ ਅਤੇ ਆਊਟਡੋਰ ਕੀਤੇ ਗਏ। 3 ਟਿਕਟਾਂ ਉਹਨਾਂ ਨੂੰ ਜਾਰੀ ਕੀਤੀਆਂ ਗਈਆਂ ਜਿਹੜੇ ਖੁਦ ਨੂੰ ਆਈਸੋਲੇਟ ਨਹੀਂ ਕਰ ਰਹੇ ਸਨ। 2 ਟਿਕਟਾਂ ਯਾਤਰਾ ਦੇ ਸੰਬੰਧੀ ਯਾਨੀ ਟਰੈਵਲ ਦੇ ਸੰਬੰਧ ਦੇ ਵਿੱਚ ਜਾਰੀ ਕੀਤੀਆਂ ਗਈਆਂ ਨੇ। 22 ਟਿਕਟਾਂ ਉਹਨਾਂ ਨੂੰ ਜਾਰੀ ਕੀਤੀਆਂ ਗਈਆਂ ਜਿਨ੍ਹਾਂ ਵੱਲੋਂ ਵਿਨੀਪੈਗ ਦੇ ਵਿੱਚ ਐਂਟੀ ਰਿਸਟ੍ਰਿਕਸ਼ਨ ਰੈਲੀਜ਼ ਕੱਢੀਆਂ ਗਈਆਂ। ਇਸ ਤੋਂ ਪਹਿਲਾਂ ਵੀ ਇਸ ਸੰਬੰਧੀ ਕਈ ਜੁਰਮਾਨੇ ਲਗਾਏ ਜਾ ਚੁੱਕੇ ਹਨ। ਅਧਿਕਾਰੀਆਂ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਪਬਲਿਕ ਹੈਲਥ ਆਰਡਰਸ ਦੀ ਪਾਲਣਾ ਕੀਤੀ ਜਾਵੇ। ਦੱਸ ਦਈਏ ਕਿ $298 ਦੀਆਂ 6 ਟਿਕਟਾਂ ਉਹਨਾਂ ਨੂੰ ਜਾਰੀ ਕੀਤੀਆਂ ਗਈਆਂ ਜਿਨ੍ਹਾਂ ਵੱਲੋਂ ਮਾਸਕ ਨਹੀਂ ਪਹਿਨਿਆ ਹੋਇਆ ਸੀ। ਇਹ ਮਾਸਕ ਉਹਨਾਂ ਵੱਲੋਂ ਇੰਡੋਰ ਪਬਲਿਕ ਪਲੇਸ ਦੇ ਉੱਪਰ ਨਹੀਂ ਪਾਇਆ ਹੋਇਆ ਸੀ। ਅਪ੍ਰੈਲ 2020 ਤੋਂ ਹੁਣ ਤੱਕ ਪ੍ਰੋਵਿੰਸ ਦੇ ਵੱਲੋਂ 4,398 ਚੇਤਾਵਨੀਆਂ ਅਤੇ 1,526 ਟਿਕਟਾਂ ਜਾਰੀ ਕੀਤੀਆਂ ਜਾ ਚੁੱਕੀਆਂ ਨੇ, ਜਿਸ ਦਾ ਮਤਲਬ ਹੈ ਕਿ $2.1 ਮਿਲੀਅਨ ਦੇ ਜੁਰਮਾਨੇ ਜਾਨੀ ਫਾਈਨ ਲਗਾਏ ਜਾ ਚੁੱਕੇ ਹਨ। ਇਹ ਉਹਨਾਂ ਲੋਕਾਂ ਨੂੰ ਲਗਾਏ ਗਏ ਜਿਨ੍ਹਾਂ ਵੱਲੋਂ ਕਰੋਨਾ ਨਿਯਮਾਂ ਦਾ ਉਲੰਘਣ ਕੀਤਾ ਗਿਆ। ਹਾਲ ਹੀ ਦੇ ਵਿੱਚ ਪ੍ਰੋਵਿੰਸ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜੇਕਰ ਕੋਈ ਨਿਯਮ ਤੋੜੇਗਾ ਤੇ ਉਸ ਨੂੰ ਦੁੱਗਣਾ ਜੁਰਮਾਨਾ ਦੇਣਾ ਪਵੇਗਾ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਅਗਵਾ ਕਰਨ ਦੇ ਮਾਮਲੇ ਦੇ ਵਿੱਚ 7 ਜਾਣੇ ਚਾਰਜ। 10 ਅਪ੍ਰੈਲ ਨੂੰ ਮਾਮਲੇ ਨੂੰ ਦਿੱਤਾ ਸੀ ਅੰਜਾਮ। ਸੈਨ ਹੋਜ਼ੇ ਦੇ ਵਿੱਚ ਭਿਆਨਕ ਗੋਲੀਬਾਰੀ। ਇਸ ਗੋਲੀਬਾਰੀ ਦੇ ਵਿੱਚ 8 ਜਾਣਿਆਂ ਦੀ ਹੋਈ ਮੌਤ। ਵਾਹਨ ਹੋਇਆ ਹਾਦਸੇ ਦਾ ਸ਼ਿਕਾਰ, 3 ਵਿਦਿਆਰਥੀਆਂ ਦੀ ਹੋਈ ਮੌਤ। ਕੈਨੇਡਾ ਤੋਂ ਇਮੀਗ੍ਰੇਸ਼ਨ ਸੰਬੰਧੀ ਆਈ ਖੁਸ਼ਖਬਰੀ। 5 ਸੂਬਿਆਂ ਨੇ ਕੱਢੇ ਆਪਣੇ ਇਮੀਗ੍ਰੇਸ਼ਨ ਡਰਾ। ਡੈਲਟਾ ਦੇ ਵਿਦਿਆਰਥੀ ਨੂੰ ਲੱਗਾ ਵਜੀਫਾ। ਪੜ੍ਹਾਈ ਦੇ ਲਈ $1 ਲੱਖ ਦਾ ਲੱਗਾ ਵਜੀਫਾ। ਦੇਸ਼ ਕਰ ਰਹੇ ਸਰਹੱਦਾਂ ਖੋਲ੍ਹਣ ਦੀ ਤਿਆਰੀ। ਕਈ ਦੇਸ਼ ਯਾਤਰੀਆਂ ਨੂੰ ਦੇ ਸਕਦੇ ਹਨ ਇਜਾਜ਼ਤ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।